ਪੂਰੇ ਦੇਸ਼ ਵਿੱਚ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿੱਚ ਫਸੇ ਪੇਚ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਕਿਸਾਨ ਕਹਿ ਰਹੇ ਨੇ ਕਿ ਇਹਨਾਂ ਤਿੰਨਾਂ ਆਰਡੀਨੈਂਸਾਂ ਨੂੰ ਕੈਂਸਲ ਕਰਨਾ ਹੀ ਇਸ ਮਸਲੇ ਦਾ ਹੱਲ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਤਿੰਨੇ ਕਾਨੂੰਨ ਨਹੀਂ ਰੱਦ ਕਰਨੇ, ਬਸ ਸੋਧਾਂ ਕੀਤੀਆਂ ਜਾ ਸਕਦੀਆਂ ਨੇ। ਇਹਨਾਂ ਸਭ ਦੇ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇੱਕ ਨਵਾਂ ਹੱਲ ਲੈ ਕੇ ਆਏ ਨੇ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾ ਦੇਣਾ ਚਾਹੀਦਾ ਹੈ ਕਿ ਇਹ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ ਜਾਂ ਨਹੀਂ। ਜਿੱਧਰ ਪੰਜਾਬ ਦੇ ਲੋਕ ਜ਼ਿਆਦਾ ਵੋਟਾਂ ਪਾਉਣਗੇ ਉਸ ਫੈਸਲੇ ਨੂੰ ਹੀ ਲਾਗੂ ਕਰ ਦੇਣਾ ਚਾਹੀਦਾ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਕਿਸਾਨ ਐਜੀਟੇਸ਼ਨ ਨੂੰ ਲੈ ਕੇ ਇੱਕ ਬਹੁਤ ਅਹਿਮ ਸੁਝਾਅ ਕਹਿ ਲਓ, ਇੱਕ ਹੱਲ ਕਹਿ ਲਓ, ਉਹਦੇ ਬਾਰੇ ਚਰਚਾ ਕਰਨਾ ਚਾਹੁੰਦਾ। ਸਾਰੀ ਦੁਨੀਆ ਦੇ ਵਿੱਚ ਇੱਕ ਬੜਾ ਪ੍ਰਚਲਿਤ ਸਿਸਟਮ ਹੈ ਕਿ ਜਦੋਂ ਕੋਈ ਡੈਡਲੌਕ ਹੋ ਜਾਂਦਾ ਕਿਸੇ ਮੁੱਦਿਆਂ ਦੇ ਉੱਤੇ, ਸਰਕਾਰਾਂ ਦੇ ਦਰਮਿਆਨ ਤੇ ਜਿਹੜੇ ਲੋਕ ਸੰਘਰਸ਼ ਕਰਦੇ ਉਹਨਾਂ ਦੇ ਦਰਮਿਆਨ ਡੈਡਲੌਕ ਹੋ ਜਾਂਦਾ, ਤੇ ਜਿਹੜਾ ਲੋਕਤੰਤਰਿਕ ਤਰੀਕਾ ਵਾ, ਡੈਮੋਕ੍ਰੈਟਿਕ ਉਹਦਾ ਸੋਲੂਸ਼ਨ ਹੈਗਾ, ਉਸ ਨੂੰ ਕਹਿੰਦੇ ਨੇ ਰੈਫਰੈਂਡਮ। ਅੱਜ ਕੀ ਹੋ ਰਿਹਾ ਕਿ ਕਿਸਾਨ ਜਥੇਬੰਦੀਆਂ ਕਈ ਮਹੀਨਿਆਂ ਦੀਆਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਕੀਤਾ, ਤੇ ਜਦੋਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਰਕਾਰ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ, ਉਹਨਾਂ ਨੇ ਆਪਣਾ ਜਿਹੜਾ ਅੰਦੋਲਨ ਸੀਗਾ ਉਹ ਦਿੱਲੀ ਜਾ ਕੇ ਪਹੁੰਚ ਕੇ, ਔਰ ਜਿਸ ਢੰਗ ਦੇ ਨਾਲ ਉਹ ਦਿੱਲੀ ਪਹੁੰਚੇ, ਜਿਸ ਬਹਾਦਰੀ ਦੇ ਨਾਲ, ਔਰ ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਦੇ ਵਿੱਚ ਬਾਰਡਰ ਦੇ ਬਾਹਰ ਸ਼ਾਂਤਮਈ ਢੰਗ ਦੇ ਨਾਲ ਬੈਠੇ ਨੇ। ਇਹ ਇੰਨੇ ਜਜ਼ਬਾਤਾਂ ਦੇ ਬਾਵਜੂਦ ਪੰਜਾਬ ਦੀ ਵਿਧਾਨ ਸਭਾ ਪੂਰਾ ਮਤਾ ਪਾਸ ਕਰ ਦਿੰਦੀ ਆ, 3.25 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਕਾਨੂੰਨ, ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਆ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਮੋਦੀ ਸਾਹਿਬ ਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਚਾਹੇ ਉਹਨਾਂ ਨੇ ਗੱਲਬਾਤ ਕੀਤੀ ਆ 5-4 ਵਾਰੀ, 5-6 ਦੌਰ ਦੀ ਗੱਲਬਾਤ ਕੀਤੀ, ਲੇਕਿਨ ਉਹ ਬੇਸਿੱਟਾ ਨਿਕਲੀ ਆ। ਔਰ ਅਫਸੋਸਨਾਕ ਇਹ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਪ ਅੱਜ ਤੱਕ ਵਜ਼ਾਹਤ ਕਰ ਰਹੇ ਨੇ ਕਿ ਜਿਹੜੇ ਕਾਨੂੰਨ ਬਣਾਏ ਨੇ ਅਸੀਂ ਬਹੁਤ ਅੱਛੇ ਨੇ ਕਿਸਾਨਾਂ ਦੇ ਵਾਸਤੇ। ਕੱਲ ਉਹਨਾਂ ਨੇ ਇੱਕ ਇੰਡਸਟਰੀ ਦੇ ਫਿੱਕੀ ਦੇ ਫੋਰਮ ਦੇ ਉੱਤੇ ਜਾ ਕੇ ਇੱਕ ਵਾਰ ਫਿਰ ਕਿਹਾ ਕਿ ਇਹ ਜਿਹੜੇ ਕਾਨੂੰਨ ਬਣਾਏ ਨੇ ਅਸੀਂ ਕਿਸਾਨ ਹਿਤੈਸ਼ੀ ਨੇ ਤੇ ਦੇਸ਼ ਨੂੰ ਤੇ ਕਿਸਾਨਾਂ ਨੂੰ ਉਹਦੇ ਨਾਲ ਲਾਭ ਹੋਵੇਗਾ। ਜਦ ਕਿ ਪੰਜਾਬ ਤੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੇ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਹਾਹਾਕਾਰ ਮਚੀ ਹੋਈ ਆ, ਇੱਥੋਂ ਤੱਕ ਕਿ 11 ਕਿਸਾਨ ਇਸ ਅੰਦੋਲਨ ਵਿੱਚ ਮਾਰੇ ਜਾ ਚੁੱਕੇ ਨੇ। ਤੋਂ ਸਾਰੀਆਂ ਗੱਲਾਂ ਦਾ ਨਿਰਾਦਰ ਕਰਦਿਆਂ ਹੋਇਆਂ, ਸਭ ਜਮਹੂਰੀ ਢੰਗ ਤਰੀਕਿਆਂ ਨੂੰ ਛਿੱਕੇ ਤੇ ਟੰਗਦਿਆਂ ਹੋਇਆਂ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਬਜਿੱਦ ਹੋਏ ਨੇ। ਹੁਣ ਜਦੋਂ ਇਹੋ ਜਿਹੇ ਹਾਲਾਤ ਹੋਣ ਪੈਦਾ ਕਿ ਸਰਕਾਰ ਆਪਣੇ ਸਟੈਂਡ ਤੇ ਅੜ ਜੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਤੇ ਨੌਜਵਾਨ ਉਹ ਤਾਂ ਪਿੱਛੇ ਹਟਣ ਵਾਲੇ ਨਹੀਂ ਗਏ, ਉਹ ਤਾਂ 6-6 ਮਹੀਨੇ ਦਾ ਰਾਸ਼ਨ ਲੈ ਕੇ ਗਏ। ਹੁਣ ਇਸ ਗੱਲ ਦਾ ਫਿਰ ਹੱਲ ਇੱਕੋ ਇੱਕ ਡੈਮੋਕ੍ਰੈਟਿਕ ਤਰੀਕਾ ਅੱਜ ਦੇ ਯੁੱਗ ਵਿੱਚ ਉਹ ਰੈਫਰੈਂਡਮ ਦੇ ਰਾਹੀਂ ਪੰਜਾਬ ਦੇ ਵਿੱਚ ਅਗਰ ਕੇਂਦਰ ਸਰਕਾਰ ਜਜ਼ਬਾਤ ਵਾਕਈ ਲੋਕਾਂ ਦੇ ਜਾਣਨਾ ਚਾਹੁੰਦੀ, ਉਹ ਕਹਿੰਦੀ ਕਿ ਬਹੁਤ ਚੰਗਾ ਤੁਹਾਡੇ ਲਈ, ਅਸੀਂ ਕਹਿੰਦੇ ਸਾਡੇ ਲਈ ਬਹੁਤ ਮਾੜਾ ਵਾ, ਤਾਂ ਪੰਜਾਬ ਜਾਂ ਹਰਿਆਣਾ ਆਲਸੋ, ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਇੱਕ ਰੈਫਰੈਂਡਮ ਕਰਾਇਆ ਜਾਵੇ, ਇੱਕ ਵੋਟ ਪਵਾਈ ਜਾਵੇ, ਔਰ ਜਿਹੜਾ ਵੋਟ ਜਿੱਤ ਜਾਏਗਾ ਉਸ ਦੀ ਉਹਦੀਆਂ ਮੰਗਾਂ ਪ੍ਰਵਾਨ ਹੋ ਜਾਣੇ ਚਾਹੀਦੇ। ਜੇ ਬੀਜੇਪੀ ਪੰਜਾਬ ਦੇ ਵਿੱਚ ਜਿੱਤ ਜਾਂਦੀ ਆ, ਅਸੀਂ ਸਵੀਕਾਰ ਕਰ ਲਾਂਗੇ ਕਿ ਅਸੀਂ ਇਹ ਕਾਨੂੰਨ ਸਾਡੇ ਉੱਤੇ ਲਾਗੂ ਕੀਤੇ ਜਾਣ। ਪਰ ਜੇ ਪੰਜਾਬ ਦੇ ਲੋਕ ਫਤਿਹ ਪਾਉਂਦੇ ਨੇ, ਪੰਜਾਬ ਦੇ ਹਰ ਵਰਗ ਦੇ ਲੋਕ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ, ਜੇ ਅਸੀਂ ਰੈਫਰੈਂਡਮ ਜਿੱਤਦੇ ਹਾਂ ਤੇ ਫਿਰ ਮੋਦੀ ਸਰਕਾਰ ਨੂੰ ਤੇ ਬੀਜੇਪੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਔਰ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਗੀ, ਇਹ ਬਹੁ ਗਿਣਤੀ ਦਾ ਫੈਸਲਾ ਹੋਵੇਗਾ। ਇਹਦੇ 'ਚ ਅੱਜ ਜੇ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਰਾਜ ਕਰ ਰਹੇ ਨੇ ਦੇਸ਼ ਤੇ, ਤਾਂ ਬਹੁ ਗਿਣਤੀ ਦੇ ਫੈਸਲੇ ਨਾ ਕਰ ਰਹੇ ਨੇ ਨਾ। ਸੋ ਡੈਮੋਕ੍ਰੇਸੀ ਦਾ ਮੁੱਢਲਾ ਅਸੂਲ ਹੈ ਕਿ ਜੋ ਲੋਕ ਚਾਹੁੰਦੇ ਨੇ ਸਰਕਾਰਾਂ ਨੂੰ ਉਸ ਅਨੁਕੂਲ ਕੰਮ ਕਰਨਾ ਚਾਹੀਦਾ। ਪਰ ਅੱਜ ਸਾਡੀ ਸਰਕਾਰ ਇੱਕ ਅਨਡੈਮੋਕ੍ਰੈਟਿਕ ਤਰੀਕੇ ਨਾਲ ਕੰਮ ਕਰ ਰਹੀ ਹੈ। ਫੌਜ, ਪੈਰਾਮਿਲਟਰੀ ਫੋਰਸਿਸ ਤੇ ਸਾਨੂੰ ਡਰਾ ਰਹੀ ਹੈ, ਧਮਕਾ ਰਹੀ ਹੈ। ਪਰ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ 'ਚ ਜਿਹੜੇ ਵਸਦੇ ਨੇ ਲੋਕ ਜਾਣਦੇ ਨੇ ਕਿ ਪੰਜਾਬੀਆਂ ਦਾ ਤੇ ਸਿੱਖਾਂ ਦਾ ਬੜਾ ਗੌਰਵਮਈ ਇਤਿਹਾਸ ਹੈ। ਇਹ ਇੱਦਾਂ ਨਾ ਤਾਂ ਝੁਕਣ ਵਾਲੇ ਨੇ ਤੇ ਨਾ ਹੀ ਡਰਨ ਵਾਲੇ ਨੇ। ਸੋ ਇਸ ਦਾ ਬੜਾ ਅੱਛਾ ਹੱਲ ਇੱਕ ਡੈਮੋਕ੍ਰੈਟਿਕ ਤਰੀਕਾ ਵਾ ਕਿ ਅਸੀਂ ਰੈਫਰੈਂਡਮ ਰਾਹੀਂ ਇਸ ਮਸਲੇ ਦਾ ਹੱਲ ਕੱਢ ਲਈਏ। ਔਰ ਰੈਫਰੈਂਡਮ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਬਹੁਤ ਪ੍ਰਚਲਿਤ ਸਿਸਟਮ ਹੈ। ਜਿਹੜੇ ਲੋਕ ਆਪਣੇ ਹੀ ਪੰਜਾਬੀ ਭਰਾ ਭੈਣ ਸਾਰੇ ਅੱਛੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ ਕਿਊਬਿਕ ਸਟੇਟ ਹੈ ਕੈਨੇਡਾ ਦੀ, ਉੱਥੇ 3 ਵਾਰ ਰੈਫਰੈਂਡਮ ਹੋ ਚੁੱਕਾ ਵਾ। 3 ਵਾਰ। ਜਿਹੜੇ ਫ੍ਰੈਂਚ ਡੋਮੀਨੇਟਡ ਏਰੀਆ ਸੀ, ਜਿਹੜੀ ਫ੍ਰੈਂਚ ਡੋਮੀਨੇਟਡ ਪੀਪਲ ਆ, ਉਹ ਆਜ਼ਾਦ ਦੇਸ਼ ਚਾਹੁੰਦੇ ਸੀ ਕੈਨੇਡਾ ਤੋਂ ਬਾਅਦ, ਜਿਹੜਾ ਕਿਊਬਿਕ ਸਟੇਟ ਆ। ਪਰ 3 ਵਾਰੀ ਉਹ ਬਹੁਤ ਥੋੜੀ ਜਿਹੀ ਮਾਤਰਾ ਦੇ ਨਾਲ ਜਿਹੜੇ ਆਜ਼ਾਦੀ ਮੰਗਦੇ ਸੀ, ਜਿਹੜੀ ਫ੍ਰੈਂਚ ਇੰਡੀਪੈਂਡੈਂਟ ਕੰਟਰੀ ਮੰਗਦੇ ਸੀਗੇ, ਉਹ ਹਾਰ ਜਾਂਦੇ ਰਹੇ। ਤੇ ਜਦੋਂ ਇੱਕ ਜਾਇਜ਼ ਢੰਗ ਦੇ ਨਾਲ, ਇੱਕ ਲੋਕਤੰਤਰਿਕ ਤਰੀਕੇ ਦੇ ਨਾਲ ਕੋਈ ਵੋਟ ਪੈਂਦੀ ਆ ਤੇ ਉਹਦੇ ਚੋਂ ਇੱਕ ਪੱਖ ਜਿੱਤਦੀ ਹੈ, ਇੱਕ ਪੱਖ ਹਾਰਦੀ ਆ, ਤੇ ਉਹ ਜਿਹੜੇ ਹਾਰਨ ਵਾਲੇ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਸਾਡੇ ਚੋਂ ਬਹੁਤ ਗਿਣਤੀ
ਹਲੇ ਵੀ ਕੈਨੇਡਾ ਦਾ ਹਿੱਸਾ ਬਣ ਕੇ ਰਹਿਣਾ ਚਾਹੁੰਦੇ। ਸੋ ਦੇਅਰਫੋਰ ਇਟਸ ਪਰਫੈਕਟਲੀ ਆਲ ਰਾਈਟ। ਕੈਟਾਲੋਨੀਆ ਸਪੇਨ ਦੇ ਵਿੱਚ ਹੁਣੇ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਬਗਾਵਤ ਉੱਠੀ, ਉੱਥੇ ਵੀ ਰੈਫਰੈਂਡਮ ਜਿਹੜਾ ਹੈ ਕਰਾਇਆ ਗਿਆ। ਔਰ ਵੈਸੇ ਵੀ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਪੀਸਫੁਲ ਤਰੀਕੇ ਨਾਲ, ਸ਼ਾਂਤਮਈ ਢੰਗ ਦੇ ਨਾਲ ਰੈਫਰੈਂਡਮ ਰਾਹੀਂ ਮੁੱਦਿਆਂ ਨੂੰ ਸੈਟਲ ਕੀਤਾ ਜਾ ਸਕਦਾ। ਪਹਿਲਾਂ ਕਿਸੇ ਜ਼ਮਾਨੇ 'ਚ ਜਦੋਂ ਡੈਮੋਕ੍ਰੇਸੀ ਨਹੀਂ ਸੀਗੀ ਤਾਂ ਉਦੋਂ ਜ਼ੋਰ ਅਜਮਾਈ ਹੁੰਦੀ ਸੀਗੀ, ਕਤਲੋ ਗਾਰਤ ਹੁੰਦੀ ਸੀਗੀ ਤੇ ਖੂਨ ਖਰਾਬਾ ਹੁੰਦਾ ਸੀਗਾ। ਪਰ ਹੁਣ ਸਾਡੇ ਕੋਲ ਡੈਮੋਕ੍ਰੇਸੀ ਵਿੱਚ ਇੱਕ ਵਾਜਬ ਤਰੀਕਾ ਹੈ। ਇਸ ਲਈ ਮੇਰੀ ਇਹ ਕੇਂਦਰ ਸਰਕਾਰ ਨੂੰ ਅਪੀਲ ਕਹਿ ਲਓ ਜਾਂ ਉਹਨਾਂ ਨੂੰ ਚੁਣੌਤੀ ਕਹਿ ਲਓ ਕਿ ਜੇ ਤੁਸੀਂ ਵਾਕਈ ਕਹਿੰਦੇ ਹੋ ਕਿ ਸਾਡੇ ਜਿਹੜੇ ਬਣਾਏ ਹੋਏ ਕਾਨੂੰਨ ਬਹੁਤ ਚੰਗੇ ਨੇ ਪੰਜਾਬ ਦੇ ਵਾਸਤੇ, ਕਿਸਾਨਾਂ ਲਈ, ਤੁਸੀਂ ਰੈਫਰੈਂਡਮ ਕਰਾ ਲਓ, ਪੰਜਾਬ ਦੇ ਵਿੱਚ ਵੋਟ ਪਵਾ ਲਓ। ਜਿਹੜੀ ਧਿਰ ਜਿੱਤ ਜਾਵੇਗੀ ਉਹਦੀ ਮੰਗ ਨੂੰ ਤੁਸੀਂ ਸਵੀਕਾਰ ਕਰ ਲਿਓ। ਔਰ ਇਸ ਤੋਂ ਪਹਿਲਾਂ ਮੈਂ ਕਾਫੀ ਵਾਰੀ ਕਹਿ ਚੁੱਕਾ ਹਾਂ ਕਿ ਜਿਹੜੇ ਪਾਰਲੀਮੈਂਟ ਲਾਜ਼ ਬਣਾਉਂਦੀ ਆ ਉਹ ਬੇਸਿਕਲੀ ਉਹਨਾਂ ਦਾ ਮਕਸਦ ਤਾਂ ਇਹੀ ਹੁੰਦਾ ਨਾ ਕਿ ਉਹ ਸਾਡੇ ਦੇਸ਼ ਦੇ ਹਿੱਤ ਵਿੱਚ ਬਣਨ। ਤੇ ਜਦੋਂ ਕੋਈ ਕਾਨੂੰਨ ਕਿਸੇ ਸਟੇਟ ਨੂੰ ਪ੍ਰਵਾਨ ਨਹੀਂਗਾ, ਕਿਉਂਕਿ ਸਾਡਾ ਦੇਸ਼ ਬਹੁਤ ਡਾਈਵਰਸ ਕੰਟਰੀ ਹੈ, ਇਹਦੇ ਵੱਖ-ਵੱਖ ਧਰਮ ਨੇ, ਵੱਖ-ਵੱਖ ਭਾਸ਼ਾਵਾਂ ਨੇ, ਵੱਖ-ਵੱਖ ਪਹਿਰਾਵਾ ਵਾ ਔਰ ਵੱਖ-ਵੱਖ ਸੱਭਿਆਚਾਰ ਹੈ। ਅੱਜ ਤੋਂ ਪਹਿਲਾਂ ਆਰਟੀਕਲ 370 ਜੰਮੂ ਕਸ਼ਮੀਰ ਨੂੰ ਇੱਕ ਗਾਰੰਟੀ ਦਿੰਦਾ ਸੀਗਾ ਕਿ ਜਿਹੜੇ ਵੀ ਕਾਨੂੰਨ ਉਹਨਾਂ ਨੂੰ ਨਹੀਂ ਸੀ ਪਸੰਦ, ਉਹ ਜੰਮੂ ਕਸ਼ਮੀਰ ਦੇ ਵਿੱਚ ਲੋਕ ਸਭਾ ਵੱਲੋਂ ਬਣਾਏ, ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਕਾਨੂੰਨ ਉਹਨਾਂ ਤੇ ਲਾਗੂ ਨਹੀਂ ਸੀ ਕੀਤੇ ਜਾਂਦੇ। ਔਰ ਆਰਟੀਕਲ 371 ਕਨਸਟੀਟਿਊਸ਼ਨ ਦਾ ਕਲੌਜ਼ A ਤੋਂ ਲੈ ਕੇ ਕਲੌਜ਼ I ਤੱਕ ਅੱਜ ਵੀ 10 ਸਟੇਟਸ ਜਿਹੜੀਆਂ ਨੇ, ਮਹਾਰਾਸ਼ਟਰ ਸਮੇਤ, ਮੋਦੀ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਸਮੇਤ, ਔਰ ਗੋਆ ਤੇ ਨਾਰਥ ਈਸਟ ਦੀਆਂ ਕੁਝ ਸਟੇਟਾਂ ਦੇ ਨਾਲ ਆਰਟੀਕਲ 371 ਉਹਨਾਂ ਸਟੇਟਸ ਨੂੰ ਕੁਝ ਕੇਂਦਰੀ ਕਾਨੂੰਨਾਂ ਤੋਂ ਬਚਾਉਂਦਾ ਵਾ। ਇਸ ਕਰਕੇ ਕੋਈ ਇਹ ਥੋੜ੍ਹਾ ਹੈ ਕਿ ਜੇ ਪਾਰਲੀਮੈਂਟ ਨੇ ਕੋਈ ਫੈਸਲਾ ਕਰਤਾ ਤੇ ਉਹ ਪੱਥਰ ਤੇ ਲਕੀਰ ਬਣ ਗਈ ਹੈ। ਅੱਜ ਜੇ ਬੀਜੇਪੀ ਚਾਹਵੇ ਆਰਟੀਕਲ 371 ਦਾ ਹਵਾਲਾ ਦੇ ਕੇ ਕਨਸਟੀਟਿਊਸ਼ਨ ਦਾ, ਤੇ ਉਹ ਪੰਜਾਬ ਨੂੰ ਤੇ ਹਰਿਆਣੇ ਨੂੰ ਤੇ ਜਿਹੜੀਆਂ ਐਜੀਟੇਟਿੰਗ ਸਟੇਟਸ ਆ ਉਹਨਾਂ ਨੂੰ ਇਸ ਕਾਨੂੰਨ ਤੋਂ ਬਾਹਰ ਰਹਿਣ ਦੇਣ, ਤੇ ਬਾਕੀ ਸਾਰੇ ਦੇਸ਼ ਵਿੱਚ ਜਿਹੜੀਆਂ ਸਟੇਟਸ ਕਹਿੰਦੀਆਂ ਨੇ ਕਿ ਸਾਡੇ ਲਈ ਕਾਨੂੰਨ ਬਹੁਤ ਅੱਛਾ, ਉੱਥੇ ਲਾਗੂ ਕਰ ਦਿਓ। ਨਾਲੇ ਸਾਨੂੰ ਅਗਲੇ 2-3-4 ਸਾਲਾਂ ਵਿੱਚ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਮਾਡਲ ਹੈ, ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਤੁਸੀਂ ਕੰਟਰੈਕਟ ਫਾਰਮਿੰਗ ਦੇਣਾ ਚਾਹੁੰਦੇ ਹੋ, APMC ਨੂੰ ਅਬੋਲਿਸ਼ ਕਰਨਾ ਚਾਹੁੰਦੇ ਹੋ, ਐਸੈਂਸ਼ੀਅਲ ਕਮੋਡਿਟੀਜ਼ ਨੂੰ ਅਬੋਲਿਸ਼ ਕਰਕੇ ਸਟਾਕਿੰਗ ਜਿੱਦਾਂ ਸਾਈਲੋਜ਼ ਬਣਾ ਕੇ ਬਹੁਤ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ, ਅੰਬਾਨੀ ਤੇ ਅਡਾਨੀ, ਉਹ ਕਿਸੇ ਵੀ ਚੀਜ਼ ਨੂੰ ਬਹੁਤ ਵੱਡੀ ਮਾਤਰਾ ਵਿੱਚ ਇਕੱਠਾ ਕਰਕੇ ਵੇਚ ਸਕਦੇ ਨੇ। ਨਾਲੇ ਸਾਨੂੰ ਪਤਾ ਲੱਗ ਜਾਊਗਾ ਕਿ ਇਹਦਾ ਇਕਨੋਮਿਕ ਆਊਟਪੁੱਟ ਤੇ ਇਕਨੋਮਿਕ ਇੰਪੈਕਟ ਕੀ ਹੈ। ਇਸ ਕਰਕੇ ਮੈਂ ਦੁਬਾਰਾ ਮੇਰੀ ਕੇਂਦਰ ਸਰਕਾਰ ਨੂੰ ਔਰ ਆਪਣੇ ਆਗੂਆਂ ਨੂੰ ਵੀ, ਜਿਹੜੇ BKU ਦੇ ਸਾਡੇ ਸਤਿਕਾਰਯੋਗ ਆਗੂ ਜਿਹੜੇ ਮੂਵਮੈਂਟ ਨੂੰ ਲੀਡ ਕਰ ਰਹੇ ਨੇ, ਮੇਰੀ ਉਹਨਾਂ ਨੂੰ ਵੀ ਇੱਕ ਰਾਏ ਹੈ ਕਿ ਤੁਸੀਂ ਜਿਹੜੀਆਂ ਟਾਕਸ ਕਰਦੇ ਹੋ ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਰੱਖ ਦਿਓ ਕਿ ਇਹ ਸਾਰੀ ਗੱਲ ਦਾ ਪਰਮਾਨੈਂਟ ਪੀਸਫੁਲ ਸੋਲੂਸ਼ਨ ਜਿਹੜਾ ਉਹ ਰੈਫਰੈਂਡਮ ਰਾਹੀਂ ਲੱਭਿਆ ਜਾਵੇ। ਔਰ ਮੈਨੂੰ ਪੂਰਨ ਆਸ ਆ ਕਿ BJP ਦੀ ਸਰਕਾਰ ਜਿਹੜੀ ਉਹ ਇਹਦਾ ਜਵਾਬ ਹੀ ਨਹੀਂ ਦੇ ਸਕੇਗੀ। ਉਹਨਾਂ ਨੂੰ ਪਤਾ ਵਾ ਕਿ ਜੇ ਅਸੀਂ ਪੰਜਾਬ ਦੇ ਵਿੱਚ ਅੱਜ ਵੋਟ ਪਵਾਉਂਦੇ ਹਾਂ ਤਾਂ ਸਾਡੀ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਵੇਗੀ। ਉਹਨਾਂ ਕੋਲ ਕੋਈ ਇਸ ਗੱਲ ਦਾ ਜਵਾਬ ਨਹੀਂ ਹੋਵੇਗਾ ਤੇ ਉਹਦੇ ਕੋਲ ਕੋਈ ਤਰਕ ਨਹੀਂ ਹੋਵੇਗੀ। ਤਾਂ ਇਸ ਨਾਲ ਕੀ ਹੁੰਦਾ ਵਾ ਕਿ ਇੱਕ ਵਰਲਡ ਵਾਈਡ ਇੱਕ ਪੋਲੀਟੀਕਲ ਆਰਗੂਮੈਂਟ ਉਹਨੂੰ ਬਲ ਮਿਲਦਾ, ਆਪਣੀ ਫਾਰਮਰਸ ਐਜੀਟੇਸ਼ਨ ਨੂੰ ਵਰਲਡ ਵਾਈਡ ਇਹ ਬਲ ਮਿਲੇਗਾ ਜਦ ਸਾਰਾ ਇੰਟਰਨੈਸ਼ਨਲ ਮੀਡੀਆ ਕਹੇਗਾ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਬਹੁਤ ਪੀਸਫੁਲ ਤਰੀਕੇ ਨਾਲ ਇੱਕ ਪ੍ਰਪੋਜ਼ਲ ਰੱਖ ਦਿੱਤੀ ਆ ਕਿ ਵੋਟ ਪਵਾ ਲਓ ਪੰਜਾਬ ਦੇ ਵਿੱਚ, ਅਸੀਂ ਹਾਰ ਗਏ, ਅਸੀਂ ਸਵੀਕਾਰ ਕਰ ਲਾਂਗੇ। ਇਹਦੇ 'ਚ ਇਸ ਤੋਂ ਬਾਅਦ ਅੱਗੇ ਉਹਨਾਂ ਦੇ ਕੋਲ, ਗਵਰਨਮੈਂਟ ਕੋਲ ਕੋਈ ਜਵਾਬ ਕੀ ਕਹਿੰਦੇ ਹੁੰਦੇ ਕਿ ਲੈਜਿਟੀਮੇਟ ਜਾਂ ਲੌਜੀਕਲ ਤਰੀਕੇ ਨਾਲ ਜਵਾਬ ਦੇਣ ਨੂੰ ਉਹਨਾਂ ਦੇ ਕੋਲ ਕੋਈ ਪੁਆਇੰਟ ਬਚੇਗਾ ਨਹੀਂ। ਔਰ ਮੈਂ BJP ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਕੋਈ ਫੋਰਸ ਦਾ ਇਸਤੇਮਾਲ ਕੀਤਾ, ਕੋਈ ਪੈਰਾਮਿਲਟਰੀ ਫੋਰਸਸ ਲਾ ਕੇ ਉੱਥੋਂ ਧਰਨੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਹਦਾ ਬਹੁਤ ਭਿਆਨਕ ਸਿੱਟੇ ਨਿਕਲਣਗੇ। ਚਲੋ ਜਾਨੀ ਮਾਲੀ ਨੁਕਸਾਨ ਤਾਂ ਹੋਊਗਾ ਹੀ ਉਹਦੇ ਕੋਈ, ਕਿਉਂਕਿ ਇਹ ਬੰਦੇ ਪਿੱਛੇ ਹਟਣ ਵਾਲੇ ਨਹੀਂਗੇ। ਉੱਥੇ ਸਾਡੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਪਹੁੰਚੀਆਂ ਹੋਈਆਂ, ਪਹਿਲਾਂ ਤੁਹਾਨੂੰ ਉਦੋਂ ਉਹਨਾਂ ਦੇ ਉੱਤੋਂ ਦੀ ਲੰਘ ਕੇ ਜਾਣਾ ਪਵੇਗਾ, ਖੂਨ ਖਰਾਬਾ ਹੋਵੇਗਾ। ਔਰ ਇੱਕ ਕਾਲਾ ਧੱਬਾ ਲੱਗਾ ਨਾ ਪਾਰਲੀਮੈਂਟ, ਇੰਡੀਅਨ ਡੈਮੋਕ੍ਰੇਸੀ ਤੇ ਕ੍ਰਿਮੀਨਲ ਜਸਟਿਸ ਸਿਸਟਮ ਤੇ ਪਹਿਲਾਂ 36 ਸਾਲ ਪਹਿਲਾਂ ਸਿੱਖਾਂ ਦੇ ਕਤਲੇਆਮ ਦਾ ਦਿੱਲੀ ਵਿੱਚ ਤੇ ਦੇਸ਼ ਵਿੱਚ, ਉਸ ਤੋਂ ਬਾਅਦ ਗੁਜਰਾਤ ਦੇ ਦੰਗਿਆਂ ਵਿੱਚ, ਗੋਦਰਾ ਬੈਸਟ ਬੇਕਰੀ ਕਾਂਡ ਵਿੱਚ, ਮੇਰਠ ਦੇ ਵਿੱਚ ਮਿੱਥ ਕੇ ਜਦੋਂ ਸਟੇਟ ਸਪਾਂਸਰਡ ਰਾਈਟਸ ਕੀਤੇ ਜਾਂਦੇ ਨੇ, ਉਹ ਬਹੁਤ ਵੱਡਾ ਕਾਲਾ ਧੱਬਾ ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ ਦੀ ਜਮਹੂਰੀਅਤ ਤੇ ਭਾਰਤ ਦੀ ਡੈਮੋਕ੍ਰੇਸੀ ਦੇ ਉੱਤੇ ਦੁਬਾਰਾ ਲੱਗੇਗਾ ਅਗਰ ਤੁਸੀਂ ਕੋਈ ਗਲਤੀ ਕੀਤੀ। ਇਸ ਕਰਕੇ ਔਰ ਪੰਜਾਬ ਨੂੰ ਤੁਸੀਂ ਫਰਦਰ ਵੱਡੇ ਪੱਧਰ ਦੇ ਉੱਤੇ ਉਹਨੂੰ ਪੋਲੀਟੀਕਲ ਮੇਨ ਸਟ੍ਰੀਮ ਚੋਂ ਐਲੀਨੇਟ ਕਰੋਗੇ, ਉਹਨੂੰ ਬਾਹਰ ਕੱਢ ਦੋਗੇ ਤੁਸੀਂ। ਔਰ ਸਾਡਾ ਪੰਜਾਬ ਪਹਿਲਾਂ ਇਹ ਭੁਗਤ ਚੁੱਕਾ ਵਾ 80 ਦੇ ਦਹਾਕੇ ਦੇ ਵਿੱਚ ਤੇ ਐਮਰਜੈਂਸੀ ਤੋਂ ਬਾਅਦ ਜੋ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਗਈ, ਜੋ
ਵਿਤਕਰਾ ਕੀਤਾ ਗਿਆ ਔਰ ਜੋ ਅਰਸੇ ਤੋਂ ਵਿਤਕਰਾ ਕੀਤਾ ਗਿਆ ਉਹਦੇ ਬੜੇ ਭਿਆਨਕ ਸਿੱਟੇ ਨਿਕਲੇ ਸੀਗੇ ਔਰ ਬਹੁਤ ਜਾਨਾਂ ਗਈਆਂ, ਇਨੋਸੈਂਟ ਲਾਈਵਸ ਵੀ ਗਈਆਂ, ਸਾਡੇ ਆਪਣੇ ਨੌਜਵਾਨ ਬਹੁਤ ਮਾਰੇ ਗਏ, ਬਹੁਤ ਪੁਲਿਸ ਵਾਲਿਆਂ ਨੇ ਉਹਦੀ ਆੜ ਵਿੱਚ ਜ਼ੁਲਮ ਕੀਤਾ। ਇਸ ਕਰਕੇ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਫਰਾਖਦਿਲੀ ਦਿਖਾ ਕੇ, ਦੂਰਅੰਦੇਸ਼ੀ ਦਿਖਾ ਕੇ ਤੇ ਸਾਡੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇਗੀ। ਤੇ ਜੇ ਲੱਗਦਾ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਹਾਰ ਹੋਵੇਗੀ ਤਾਂ ਰੈਫਰੈਂਡਮ ਇੱਕ ਬਹੁਤ ਨਿਊਟਰਲ ਰਾਸਤਾ ਵਾ, ਇੱਕ ਸਾਂਝਾ ਰਾਹ ਵਾ ਔਰ ਫਿਰ ਮੋਦੀ ਸਾਹਿਬ ਤੇ ਬੀਜੇਪੀ ਵੀ ਕਹਿ ਸਕਣਗੇ ਸਾਰੇ ਦੇਸ਼ ਨੂੰ ਕਿ ਵੀ ਪੰਜਾਬ ਦੇ ਲੋਕਾਂ ਨੇ ਬਹੁ ਗਿਣਤੀ ਵਿੱਚ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਤਾ, ਇਸ ਕਰਕੇ ਅਸੀਂ ਉੱਥੇ ਲਾਗੂ ਨਹੀਂ ਕਰ ਸਕਦੇ। ਇਹ ਉਹਨਾਂ ਦਾ ਇੱਕ ਫੇਸ ਸੇਵਿੰਗ ਵੀ ਬੀਜੇਪੀ ਦੀ ਹੋਵੇਗੀ। ਸੋ ਉਮੀਦ ਕਰਦਾ ਕਿ ਇਸ ਪੁਆਇੰਟ ਨੂੰ, ਇਸ ਆਰਗੂਮੈਂਟ ਨੂੰ ਆਪਾਂ ਸਾਰੇ ਮਿਲ ਕੇ ਬਿਲਡ ਕਰਾਂਗੇ, ਇਸ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਾਂਗੇ ਤਾਂ ਕਿ ਇਹ ਦਿੱਲੀ ਦੇ ਪਾਵਰ ਕੋਰੀਡੋਰਸ ਵਿੱਚ ਪਹੁੰਚ ਸਕੇ, ਸਾਡੇ ਕਿਸਾਨ ਸਤਿਕਾਰਯੋਗ ਜਥੇਬੰਦੀਆਂ ਦੇ ਕੋਲ ਪਹੁੰਚ ਸਕੇ, ਜਿਹੜੇ ਨੌਜਵਾਨ ਤਬਕੇ ਨੂੰ ਕਰ ਰਹੇ ਨੇ, ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਅੱਛੇ ਬਿਆਨ ਦਿੰਦੇ ਨੇ ਤੇ ਪਪੂਲਰ ਫੇਸਿਸ ਨੇ, ਮੇਰੀ ਉਹਨਾਂ ਨੂੰ ਵੀ ਅਪੀਲ ਹੈ, ਦੀਪ ਸਿੱਧੂ ਹੁਣਾਂ ਨੂੰ ਅਪੀਲ ਹੈ, ਲੱਖਾ ਸਢਾਣੇ ਨੂੰ ਅਪੀਲ ਹੈ, ਕਿਉਂਕਿ ਉਹ ਨੌਜਵਾਨਾਂ ਨੂੰ ਉੱਥੇ ਬੈਠ ਕੇ ਇੱਕ ਦਿਸ਼ਾ ਤੇ ਇੱਕ ਦੇ ਰਹੇ ਨੇ, ਡਾਇਰੈਕਸ਼ਨ ਦੇ ਰਹੇ ਨੇ, ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਪੰਜਾਬ ਨਾਲ ਦਾ ਦੁੱਖ ਤੇ ਦਰਦ ਸਮਝਦੇ ਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾ ਰਹੇ ਨੇ, ਤੁਸੀਂ ਰੈਫਰੈਂਡਮ ਦੀ ਗੱਲ ਨੂੰ, ਰੈਫਰੈਂਡਮ ਦੀ ਡਿਮਾਂਡ ਨੂੰ ਜ਼ਰੂਰ ਉਠਾਓ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਰਤ ਸਰਕਾਰ ਦੇ ਕੋਲ ਇਹਦਾ ਕੋਈ ਜਵਾਬ ਨਹੀਂ ਹੋਵੇਗਾ, ਉਹ ਸ਼ਰਮਿੰਦੇ ਹੋ ਜਾਣਗੇ, ਸ਼ਰਮਸਾਰ ਹੋ ਜਾਣਗੇ ਤੇ ਉਹਨਾਂ ਨੂੰ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਅਲਟੀਮੇਟਲੀ ਮੰਨਣੀਆਂ ਪੈਣਗੀਆਂ ਤੇ ਮੰਨਣੀਆਂ ਪੈਣਗੀਆਂ ਸ਼ਾਂਤਮਈ ਢੰਗ ਦੇ ਨਾਲ। ਸੋ ਇਹ ਮੇਰੇ ਅੱਜ ਦੇ ਵਿਚਾਰ ਸਨ। ਅਗਰ ਠੀਕ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦੂਰ ਤੱਕ ਪਹੁੰਚਾਉਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੀ ਹਮਦਰਦੀ ਆ, ਮੈਂ ਪਿੱਛੇ ਵੀ ਜਾ ਕੇ ਆਇਆ, ਫਿਰ ਜਾਵਾਂਗੇ। ਬਹੁਤ ਜੂਝ ਰਹੇ ਨੇ ਕਿਸਾਨਾਂ ਨੇ ਤੇ ਨੌਜਵਾਨਾਂ ਨੇ ਤੇ ਪੰਜਾਬ ਦੇ ਬਹਾਦਰ ਲੋਕਾਂ ਨੇ ਸਿਰਾ ਹੀ ਲਾਤਾ, ਬਿਲਕੁਲ ਸਿਰਾ ਹੀ ਲਾਤਾ, ਦੱਸਤਾ ਸਾਰੀ ਦੁਨੀਆ ਨੂੰ ਕਿ ਸਾਡਾ ਪੁਰਾਣਾ ਇਤਿਹਾਸ, ਸਾਡਾ ਪਿਛੋਕੜ ਕੀ ਸੀਗਾ। ਸੋ ਉਹਨਾਂ ਨੂੰ ਸਲਾਮ ਤੇ ਸਲੂਟ ਬੈਠੇ ਜਿਹੜੇ ਸਾਡੇ ਨੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।